ਸਾਡੇ ਕੋਲ ਕੋਈ ਸਾਈਨਿੰਗ ਅਥਾਰਟੀ नहीं है दोस्तों, ये काम साडा नहीं, ये काम सरकारी है। पर रब ने इंसान बनाया तो इंसानियत सेवा करना ये साडी मुੱਢਲੀ ਜ਼ਿੰਮੇਵਾਰੀ है। भी ਬੱਤੀ नवां शहर देख रहे हो, मैं ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸਾਡੇ ਸ਼ੇਅਰ ਤੋਂ ਅੰਦਾਜ਼ਾ ਲਾ ਹੀ ਲੈਂਦੇ ਹੋ ਕਿ ਵੀਡੀਓ ਕਿਸ ਬਾਬਤ ਹੁੰਦੀ ਹੈ। ਸੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਆਪਾਂ ਆਪਣੇ ਨਵੇਂ ਸ਼ਹਿਰ ਦੇ ਵਾਰਡ ਨੰਬਰ 14 'ਚ ਆਏ ਹਾਂ। पर इन्हों का तौख लग के इस वार्ड में पहला नंबर 17 कहा जाता सी। कुछ लोग इनू शिव कलोनी कहते हैं, कुछ लोग यही कहते हैं जी कि यह जो सामने भगत रिजॉर्ट है वो ओपोजिट के नाम नाल ही जानिया जाता। पर खदशे, तौखले, तकलीफ, रंज मन विच जिहड़ा एक तकलीफ कह सकते, एक भड़ास इस करके भी आ कि इन्हों पहला ये भी कह के छलावा या जुमला छड्डिया जाता सी कि इनू ਜਿਹੜਾ ਕੈਲੀਫੋਰਨੀਆ ਬਣਾਇਆ ਜਾਵੇਗਾ। ਪਰ ਜਿਹੜੇ ਨੌਜਵਾਨ ਜਿਹੜੇ ਉੱਠ ਰਹੇ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਪਾਪਾ ਸਾਨੂੰ ਜਾਂ ਮੰਮੀ ਸਾਨੂੰ ਪੁਰਾਣੇ ਸਮੇਂ 'ਚ ਜਾਣ ਦੀ ਲੋੜ ਹੀ ਨਹੀਂ, ਵੈਸੇ ਹੀ ਮਹਿਸੂਸ ਹੋ ਰਿਹਾ ਕਿ ਉਹ ਕਿਤੇ 19ਵੀਂ ਸਦੀ 'ਚ ਰਹਿ ਰਹੇ, 1920 21 ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ। ਸੋ ਆਪਾਂ ਇੱਕ ਇੱਕ ਕਰਕੇ ਨਾ ਸਾਰਿਆਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਤੌਖਲੇ ਸੁਣਾਂਗੇ, ਖਦਸ਼ੇ ਸੁਣਾਂਗੇ, ਕਿਉਂਕਿ ਅਸੀਂ ਵੀ ਇੱਥੇ ਪਹੁੰਚੇ ਔਰ ਮਹਿਸੂਸ ਕੀਤਾ ਕਿ ਜਿਹੜਾ ਇੱਥੇ ਜਿੰਨੀ ਗੰਦਗੀ ਆ ਜਾਂ ਜਦੋਂ ਵੀ ਬੰਦਾ ਟਰੈਵਲ ਕਰਕੇ ਆਉਂਦਾ, ਵਿਜ਼ਿਟ ਕਰਦਾ, ਗੱਡੀ ਮੋਟਰਸਾਈਕਲ ਦੇ ਜਿਹੜੇ ਟਾਇਰ ਆ ਉਹ ਵੀ ਡੈਮੇਜ ਹੋ ਜਾਂਦੇ ਨੇ। ਤਾਂ ਆਪਾਂ ਇੱਕ ਇੱਕ ਕਰਕੇ ਗੱਲਬਾਤ ਕਰਦੇ ਹਾਂ। ਪਹਿਲਾਂ ਸਾਡੇ ਨਾਲ ਵਰਮਾ ਜੀ ਮੌਜੂਦ ਨੇ। ਵਰਮਾ ਜੀ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੂਰੀ ਸਾਹਿਬ ਜੀ। ਔਰ ਅਸੀਂ ਇੱਥੇ ਤਕਰੀਬਨ 14 ਸਾਲ ਤੋਂ ਰਹਿ ਰਹੇ ਹਾਂ ਜੀ। 14 ਸਾਲ ਦੇ ਵਿੱਚ ਇੱਥੇ ਨਾ ਕੋਈ ਸੀਵਰੇਜ, ਨਾ ਪਾਣੀ, ਨਾ ਸੜਕ ਪੱਕੀ ਹੋਣ ਦਾ ਨਹੀਂ ਹੋਇਆ। ਈਵਨ ਕਿ ਜਦ ਇਹ ਕਲੋਨੀ ਕੱਟੀ ਗਈ ਸੀਗੀ, ਸ਼ਹਿਰ ਦੇ ਨਾਮੀ ਬੰਦੇ ਨੇ ਕੱਟੀ ਆ, ਉਹ ਵੀ ਕਹਿੰਦੇ ਸੀ ਮੈਂ ਸੜਕਾਂ ਬਣਾ ਕੇ ਦਊਂਗਾ, ਤੁਸੀਂ ਪਲਾਟ ਲੈ ਲਓ। ਅਸੀਂ ਪਲਾਟ ਲੈ ਲਏ, ਉਹ ਬੱਟਾ ਪਾ ਕੇ ਉਹ ਉਸ ਤੋਂ ਬਾਅਦ ਚਲੇ ਗਏ। ਉਸ ਤੋਂ ਬੱਟੇ ਹੀ ਰਹਿ ਗਏ, ਤੁਸੀਂ ਦੇਖ ਲਓ ਥੱਲੇ ਬੱਟੇ ਹੀ ਪਏ ਆ, ਜਦ ਦੇ ਬੱਟੇ ਪਏ ਆ। ਹੁਣ ਸਾਡੇ ਦਾ ਸੀਵਰੇਜ ਆ, ਨਾ ਪਾਣੀ ਆ, ਨਾ ਗਲੀ ਪੱਕੀ ਹੋ ਰਹੀ। ਹੁਣ ਤਾਂ ਘਰ ਵੀ ਜ਼ਿਆਦਾ ਇੱਥੇ, ਵੋਟਾਂ ਵੀ ਬਥੇਰੀਆਂ ਹੈਗੀਆਂ, ਕੋਈ ਕਮੀ नहीं वोटा की। टैक्नीकल गल कर रहे हो कि वोटा बहुत है, साडा काम कराओ। हाँ, साडा वोटा बहुत है, हुण काम करा दे साडा। तुसीं पर अज तक पहला कदी किसी ने अप्रोच नहीं किया कि वोटा बहुत है काम करा दो, कि हुणे करन लगे हो पहली बार? नहीं कीता, असीं पहला असीं सारे महल्लेदार इकट्ठे हो गए, असीं म्युनिसिपल कौंसल के प्रधान नूं मिले आ। प्रधान जी ने सानूं ये गल कही भी कोई गल नहीं, अजे साडे कोल फंड है नहीं। आश्वासन दिता सी? आश्वासन दिता। आश्वासन दे रहे पर 14 साल हो गए नहीं, आश्वासन दिंदे तो पहला असीं घर 6-7 साल हो गए सानूं जी। 7 साल हो गए आ। तो पहला कहते सी शहर च है नहीं, शहरों बाहर आ, शहर हुण शहर दे विच आ गया, लोगों के नक्शे पास हो गए आ, सब कुछ हो गया आ। लेकिन उस तो बाद भी फिर कुछ नहीं साडी सुनी किसी ने। फिर अकाली राज आ गया जी। कल ਤੁਹਾਨੂੰ ਪਤਾ ਹੀ ਕਹਿੰਦੇ ਸੀ ਕੈਲੀਫੋਰਨੀਆ ਬਣਾਵਾਂਗੇ। ਹੁਣ ਤੁਸੀਂ ਦੇਖ ਲਓ ਸਾਡਾ ਕਿੰਨਾ ਵਧੀਆ ਕੈਲੀਫੋਰਨੀਆ ਆ ਵੀ, ਅੰਗੂਰਾਂ ਦੇ ਬਾਗ ਲੱਗੇ ਹੋਏ ਆ, ਇੱਥੇ ਬਦਾਮਾਂ ਦੇ ਬਾਗ ਲੱਗੇ ਹੋਏ ਆ। मैं खा लें तोड़ के, उल्टा सेहत बनी है लोगों की जी खा खा के। चलो ये तो व्यंग हो गया, पर मेरे सुनन च भी आया कि जो सीवरेज का पानी वो तुसीं आप ही जो टोया कढ़ के ਉਹਨੂੰ डंप करते हो, पर ਉਹਦੇ ਨਾਲ कोई हैल्थ इशूज़ भी आउंदे ने तुहाडे परिवारक नूं? ਉਹਦੇ ਨਾਲ ਹੈਲਥ ਇਸ਼ੂ ਸਭ ਤੋਂ ਵੱਡਾ ਹੈ ਜੀ। ਹਰ ਵਾਰ ਇੱਥੇ ਡੇਂਗੂ ਫੈਲਦਾ ਜੀ। ਅੱਛਾ। ਕਦੇ ਕੋਈ ਸਫਾਈ ਕਰਨ ਵਾਲਾ ਨਹੀਂ ਆਇਆ, ਕਦੇ ਕੋਈ ਇੱਥੇ ਸਪਰੇਅ ਨਹੀਂ ਹੋਇਆ ਸ਼ਹਿਰ ਵੱਲੋਂ ਵੀ ਅੱਜ ਫੱਗਿੰਗ ਵਗੈਰਾ, ਕਦੇ ਕੋਈ ਸਪਰੇਅ ਵੀ ਨਹੀਂ ਹੋਇਆ? ਕਦੇ ਇੱਕ ਸਪਰੇਅ ਨਹੀਂ ਹੋਇਆ ਅੱਜ ਤੱਕ ਇਸ ਇੰਨੇ ਏਰੀਆ 'ਚ ਵੀ ਕੋਈ ਸਪਰੇਅ ਕਰ ਗਿਆ ਹੋਵੇ। ਫੰਗਿੰਗ ਨਹੀਂ ਕਦੇ ਨਹੀਂ ਹੋਈ ਅੱਜ ਤੱਕ। ਅੱਛਾ, ਮੈਨੂੰ ਕੋਈ ਇਹ ਵੀ ਨੌਜਵਾਨ ਕਹਿ ਰਹੇ ਸੀ, ਕਹਿੰਦੇ ਇੱਥੇ ਪਹੁੰਚਿਆ ਲਾਈਟਾਂ ਦੀ ਫੈਸਿਲਿਟੀ ਵੀ ਨਹੀਂ ਕਿ ਛੇਤੀ ਛੇਤੀ ਵੀਡੀਓ ਬਣਾ ਲਓ, ਇੱਥੇ ਤਾਂ ਕਹਿੰਦੇ ਕੋਪ ਹਨੇਰਾ ਹੋ ਜਾਣਾ। ਬਿਲਕੁਲ, ਰਾਤ ਨੂੰ ਕੋਈ ਲਾਈਟ ਨਹੀਂ, ਸਰਕਾਰੀ ਲਾਈਟ ਕੋਈ ਨਹੀਂ, ਮਿਊਨਿਸਪਲ ਕਾਰਪੋਰੇਸ਼ਨ ਦੀ ਕੋਈ ਲਾਈਟ ਨਹੀਂ। ਰਾਤ ਨੂੰ ਡਰ ਲੱਗਦਾ ਆ। ਈਵਨ ਕਿ ਕਈ ਵਾਰੀ ਇੱਥੇ ਅਵਾਰਾ ਪਸ਼ੂ ਘੁੰਮਦੇ ਆ, ਜਿਹਦੇ ਨਾਲ ਕਈ ਵਾਰੀ ਕਈਆਂ ਦਾ ਹੋਇਆ, ਮਤਲਬ ਕਿ ਵਿੱਚ ਡਰ, ਐਕਸੀਡੈਂਟ ਹੋਣ ਦਾ ਵੀ ਡਰ ਰਹਿੰਦਾ ਆ। ਉਹੀ ਚੀਜ਼ ਹੈਗੀ ਹੈ ਇੱਥੇ ਜੀ। ਬਸ ਉੱਥੇ ਰੱਬ ਨਾ ਕਰੇ ਅਗਰ ਕਿਸੇ ਨੂੰ ਕੋਈ ਹੈਲਥ ਦਾ ਇਸ਼ੂ ਆ ਗਿਆ, ਐਂਬੂਲੈਂਸ ਕਿਵੇਂ ਇੱਥੇ ਪਹੁੰਚ ਗਿਆ? ਟੋਏ ਮੈਂ ਚਾਹੁੰਦਾ ਕੈਮਰਾਮੈਨ ਦਿਖਾਉਣ, और टोए वो पिछे किसी ने अपने सड़क की थड़ी भी पूरी राज वांगू अपने बाहर सड़क के विच एक नवी पहाड़ी क्रिएट की हुई आ। तो इत्थे तो बड़ी मुश्किल हो जाती होनी है जे किसी कई बार रात को औखी होई है जी। कोई पेशेंट लैके जाना पैंदा, पहला उन्होंने हौली हौली तोड़ के सड़क तक लैके जाईदा, फिर उत्थों एंबूलेंस च बिठाईदा जां अपनी गड्डी च बिठाईदा। जे बंदे दा कोई किसी दा लक दुखदा, किसी दी कमर दर्द, किसी नूं डिस्क प्रॉब्लम आ, ਉਹਦੇ ਲਈ बहुत बुरी हालत है इस गली ਦੇ ਵਿੱਚ। अच्छा, उदा मैं वैसे दिमाग 'ਚ मेरे सोच आ रही आ कि लोग तो नॉर्मली शहर तो बाहर घर लेंदे ने, कोठी बनाते हैं, घर बनाते हैं कि उत्थे एटमोसफेयर बड़ा अच्छा होगा, वॉक करिया करांगे ना, ग्रीनरी होया करेगी। पर इत्थे तुसीं वॉक किद्दां करदे होंगे? ਅਸੀਂ ਇਹੀ ਸੋਚ ਕੇ ਅਸੀਂ ਸ਼ਹਿਰੋਂ ਉੱਠ ਕੇ ਇੱਥੇ ਆਏ ਸੀਗੇ। ਇੱਥੇ ਤਾਂ ਮਣ ਕੇ ਹਲਾਉਣ ਵਾਲੀ ਗੱਲ ਹੈ। ਅਸੀਂ ਇਹੀ ਗੱਲਾਂ ਸੋਚ ਕੇ ਸ਼ਹਿਰ ਜਿਹੜਾ ਅਸੀਂ ਆਪਣੇ ਪਰਿਵਾਰਕ ਤੌਰ ਤੇ ਜੁੜੇ ਹੋਏ ਅਸੀਂ ਇੱਥੇ ਆਏ ਸੀਗੇ। ਚਲੋ ਵੀ ਖੁੱਲਾ ਏਰੀਆ ਹੈ, ਬਣ ਜਾਏਗਾ। ਅੱਜ ਨਾ ਬਣਿਆ 2-4 ਸਾਲ ਬਣਿਆ, ਪਰ 15 ਸਾਲ ਹੋ ਗਏ। 15 ਸਾਲ ਜਿੱਥੇ ਕੁਛ ਨਹੀਂ ਹੋਇਆ। ਮੈਨੂੰ ਲੱਗਦਾ ਜਵਾਨੀ ਤੋਂ ਬੁਢਾਪੇ 'ਚ ਤੁਸੀਂ ਆ ਚੱਲੇ ਆ। ਬਿਲਕੁਲ ਜੀ, ਮੈਂ 60+ ਹੈਗਾ ਆ। ਅੱਛਾ। ਤੇ ਇੱਥੇ ਕੁਛ ਨਹੀਂ ਹੈਗਾ ਜੀ। ਚਲੋ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ, ਆਪਾਂ ਉਹਨਾਂ ਤੋਂ ਹੀ ਪੁੱਛਦੇ ਨੇ ਇਹ ਜੋ ਕਹਿ ਰਹੇ ਨੇ ਬਿਲਕੁਲ ਸੱਚ ਕਹਿ ਰਹੇ ਨੇ ਜੀ? ਹਾਂਜੀ, ਸੱਚ ਕਹਿ ਰਹੇ ਜੀ, ਇਹ ਸੱਚਾਈ ਹੈ ਜੀ। ਇਸ ਤੋਂ ਪਹਿਲਾਂ ਤੁਸੀਂ ਕਿਸੇ ਨੇੜਲੇ ਪ੍ਰਸ਼ਾਸਨ ਤੱਕ ਆਪਣੀ ਜਿਹੜੀ ਅਪੀਲ ਉਹਦੀ ਪਹੁੰਚ ਕੀਤੀ ਆ? ਨਹੀਂ ਜੀ, ਫਿਰ ਇੱਦਾਂ ਸੀਗਾ ਨਾ ਵੀ ਸਾਡੇ ਐਡੇ ਬਹੁਤਾ ਦੂਜਾ ਵੀ ਨਹੀਂ ਸੀਗਾ ਜਿੱਦਾਂ ਹੁਣ ਚੱਲ ਕੇ ਆਏ ਸੀਗੇ ਅਸੀਂ। ਸਾਹਿਬ ਉਹਨਾਂ ਕੋਲ ਐਮਐਲਏ ਸਾਹਿਬ ਕੋਲ ਗਏ ਆ। ਨਹੀਂ, ਉਹੀ ਮੈਂ ਗੱਲ ਕਰ ਰਿਹਾ, ਪ੍ਰਸ਼ਾਸਨ ਕੋਲ ਗਏ। ਹਾਂਜੀ ਗਏ ਸਰ। ਤੁਹਾਡੇ ਹੱਥ ਵਿੱਚ ਫਾਈਲ ਕੀ ਹੈ ਇਹਦੇ ਬਾਰੇ ਵੀ ਦੱਸੋ। ਹਾਂਜੀ, ਫਾਈਲ ਤਾਂ ਅਸੀਂ ਜੀ ਬਣਾਈ ਨਹੀਂ, ਸਾਨੂੰ 2 ਸਾਲ ਹੀ ਹੋ ਗਏ ਹੋਣੇ ਜੀ।
ਸਾਹਿਬ ਉਹਨਾਂ ਨੂੰ ਬਹੁਤ ਐਮਐਲਏ ਸਾਹਿਬ ਨੂੰ ਬੇਨਤੀਆਂ ਕੀਤੀਆਂ ਸੀ ਜੀ ਚਲੋ ਉਹਨਾਂ ਨੇ ਫਿਰ ਸਾਡੀ ਬੇਨਤੀ ਸੁਣੀ। ਉਹਨਾਂ ਨੇ ਮਿਊਨਿਸਪਲ ਕਮੇਟੀ ਵਾਲਿਆਂ ਨੂੰ ਕੌਂਸਲ ਵਾਲਿਆਂ ਨੂੰ ਦੱਸਿਆ ਵੀ ਤੁਸੀਂ ਇੱਦਾਂ ਨਹੀਂ ਇੱਦਾਂ ਕਰੋ। ਉਹ ਆਉਂਦੇ ਸੀ, ਆ ਕੇ ਇੱਥੋਂ ਮੁੜ ਜਾਂਦੇ ਸੀ। ਕੌਣ ਮੁੜ ਜਾਂਦੇ ਸੀ? ਆਪਣੇ ਸੁਪਰਡੈਂਟ ਸਾਹਿਬ ਜੀ ਉਹਨੂੰ ਮਤਲਬ ਭੇਜਦੇ ਸੀਗੇ ਐਸਡੀਓ ਤੁਸੀਂ ਸਾਹਿਬ ਮੈਨੂੰ ਐਸਡੀਓ ਸਾਹਿਬ ਨੂੰ। ਅਖਬਾਰ ਵੀ ਮੈਨੂੰ ਵਿਜੇ ਜੀ ਨੇ ਦੱਸਿਆ ਜੀ, ਇਹਦੇ ਵਿੱਚ ਕਿ ਅਖਬਾਰ 'ਚ ਵੀ ਇਹ ਹਾਂਜੀ ਆ ਗਈ ਸੀ ਕਿ ਅਖਬਾਰ 'ਚ ਵੀ ਆ ਦਿੱਤਾ ਜੀ ਉਹਨਾਂ ਨੇ ਆਪ ਜੀ। ਮੈਂ ਕੈਮਰਾ ਸਾਹਿਬ ਚਾਹੁੰਦਾ ਹੋਣਾ ਕਿ ਇਹਨੂੰ ਜ਼ੂਮ ਕਰਨ ਕਿ ਇੱਥੇ ਲਿਖਿਆ ਬੇਗਮਪੁਰ ਗੇਟ ਖੇਤਰ 'ਚ ਵਾਟਰ ਸਪਲਾਈ ਸੀਵਰੇਜ ਲਾਈਨ ਪਾਉਣ ਲਈ ਫੰਡ ਜਮ੍ਹਾਂ ਕਰਾਉਣ ਦਾ ਮਤਾ ਪਾਸ। ਇਹ ਮਤਾ ਪਾਸ ਹੋ ਗਿਆ, ਫਿਰ ਉਸ ਤੋਂ ਬਾਅਦ ਕੰਮ ਨਹੀਂ ਹੋਇਆ? ਨਹੀਂ ਜੀ, ਫੇਰ ਵੀ ਅਸੀਂ ਬੇਨਤੀ ਕੀਤੀ, ਜਾਂਦੇ ਰਹੇ ਜੀ ਉਹਨਾਂ ਕੋਲ। ਕਿੰਨੀ ਦੇਰ ਹੋ ਗਈ ਮਤਾ ਪਾਸ ਹੋਏ ਨੂੰ? ਉਹ ਦੇਖ ਲਓ ਜੀ, ਉਹ ਡੇਟ ਤੁਹਾਡੇ ਕੋਲ ਹੈ ਸਰ ਜੀ। ਹੁਣ ਚਲੋ ਨਹੀਂ ਵੀ ਸਾਨੂੰ ਮਤਲਬ ਡੇਟ ਦੇਖੀ ਅਸੀਂ ਪਤਾ ਜੀ। ਕੋਈ ਨਹੀਂ, ਦੇਖ ਲੈਣੇ ਜੀ ਡੇਟ ਕਿਤੇ ਕਿੰਨੀ ਮੁਸ਼ਕਿਲ ਹੈ ਦੇਖਣੀ। 24 ਫਰਵਰੀ 2020 ਨੂੰ ਮਤਾ ਪਾਸ ਹੋਇਆ, ਤਕਰੀਬਨ 9 ਮਹੀਨੇ ਹੋ ਗਏ ਨੇ। ਹਾਂਜੀ, ਫਿਰ ਅਸੀਂ ਮਿਊਨਿਸਪਲ ਕੌਂਸਲ ਵਾਲੇ ਕੋਲ ਜਾਂਦੇ ਰਹੇ ਜੀ, ਬੇਨਤੀ ਕਰਦੇ ਰਹੇ ਉਹਨਾਂ ਨੂੰ। ਫਿਰ ਉਹਨਾਂ ਨੇ ਸੀਵਰੇਜ ਵਾਲਿਆਂ ਕੋਲ ਦਫ਼ਤਰ ਵਾਲੇ ਭੇਜ ਦਿੱਤਾ। ਕੈਮਰਾਮੈਨ ਦਿਖਾ ਸਕਦੇ ਨੇ ਕਿ ਇਹਨਾਂ ਨੇ ਜਿਹੜੀ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਮਾਰ ਕੀਤੀ ਹੋਈ ਆ। 22/7/2019 ਦੀ ਮਾਰ ਕੀਤੀ ਹੋਈ ਆ। ਕੀਤੀ ਹੋਈ ਜੀ। ਜਾ ਕੇ ਅਸੀਂ ਤੋਂ ਤੇ ਜਿੰਨਾ ਵੀ ਸਮੁੱਚਾ ਇਹਨਾਂ ਦੇ ਮੁਹੱਲਾ ਵਾਸੀ ਨੇ, ਉਹਨਾਂ ਨੇ ਵੀ ਸਾਈਨ ਇੱਥੇ ਕੀਤੇ ਹੋਏ ਨੇ ਸਾਰਿਆਂ ਨੇ। ਕੀਤੇ ਹੋਏ ਜੀ, ਸਾਰਿਆਂ ਦੇ ਸਾਈਨ ਹੋਏ ਜੀ। ਸੋ ਇਸ ਕਰਕੇ ਜਿਹੜੀ ਪਰੇਸ਼ਾਨੀ ਇਹਨਾਂ ਦੇ ਦਿਲ ਦੀ ਪੀੜ ਹੈ ਉਹ ਬਿਲਕੁਲ ਸਮਝ ਆ ਰਹੀ ਆ। ਅੱਛਾ, ਮੈਨੂੰ ਇੱਕ ਗੱਲ ਹੋਰ ਵਿੱਚ ਪਤਾ ਚੱਲੀ ਸੀ, ਕਹਿੰਦੇ ਕੋਵਿਡ-19 'ਚ ਵੀ ਇੱਥੇ ਕਦੇ ਕੋਈ ਨਹੀਂ ਆਇਆ। ਕੋਈ ਨਹੀਂ ਆਇਆ ਜੀ, ਕੋਈ ਨਹੀਂ ਆਇਆ। ਕੋਵਿਡ-19 ਦੇ ਵਿੱਚ ਨਾ ਕਦੇ ਕੋਵਿਡ-19 ਦੇ ਅੰਦਰ ਕੋਈ ਵੀ ਇੱਥੇ ਕੋਈ ਜਿਹੜਾ ਸ਼ਹਿਰਾਂ 'ਚ ਸਪਰੇਅ ਹੋਏ ਆ, ਇੱਥੇ ਉਹ ਵੀ ਸਪਰੇਅ ਕਦੇ ਨਹੀਂ ਹੋਇਆ। ਹਾਂ ਜੀ, ਨਾ ਕਦੀ ਮੈਡੀਕਲ ਟੀਮ ਵੀ ਨਹੀਂ ਆਉਂਦੀ। ਕੋਈ ਮੈਡੀਕਲ ਹੁਣ ਮੈਂ ਸੱਚੀ ਕਹਿੰਦਾ, ਸਾਨੂੰ ਡਰ ਲੱਗ ਰਿਹਾ ਕਿ ਤੋਂ ਛੇਤੀ ਛੇਤੀ ਨਿਕਲ ਜਾਏ ਕਿਤੇ ਅਸੀਂ ਡੇਂਗੂ ਲੈ ਕੇ ਨਾ ਚਲੇ ਜਾਈਏ। ਬਿਲਕੁਲ ਜੀ, ਅਸੀਂ ਆਪਣੇ ਘਰਾਂ ਦੇ ਵਿੱਚ ਮਤਲਬ ਕਿ ਸਾਡੇ ਘਰ ਦਾ ਜਿਹੜਾ ਅੰਦਰ ਸਾਡਾ 1000 ਭੈਚ ਜੀ ਰਹੇ ਆ। ਖਰਚਾ ਵੀ ਜ਼ਿਆਦਾ ਹੁੰਦਾ। ਸਪਰੇਆਂ ਮਾਰਦੇ ਆਪਣੀਆਂ ਮਾਰਦੇ ਆ, ਬਾਹਰ ਤਾਂ ਅਸੀਂ ਇੰਨੀ ਮਾਰ ਨਹੀਂ ਸਕਦੇ। ਅੱਗ ਲਾਉਂਦੇ ਆ, ਕੁਝ ਵੀ ਕਰਦੇ ਆ, ਆਪਣੇ ਪੈਸੇ ਨਾਲ ਸਫਾਈ ਕਰਾਉਂਦੇ ਆ, ਪਲਾਟ ਲੋਕਾਂ ਦੀ ਸਫਾਈ ਅਸੀਂ ਕਰਾਉਂਦੇ ਆ। ਪਰ ਤੁਹਾਨੂੰ ਕਾਰਨ ਕੀ ਲੱਗਦਾ ਜਿਹੜਾ ਇੰਨੀ ਇਹਦੇ ਵਿੱਚ ਦੇਰੀ ਹੋ ਗਈ ਆ? ਕਾਰਨ ਹੀ ਹੁਣ ਕੋਈ ਕਹਿੰਦਾ ਜੀ ਸਾਡੇ ਕੋਲ ਪੈਸੇ ਹੈ ਨਹੀਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਹੈ ਜੀ। ਅਸੀਂ ਵੀ ਕੀ ਕਹਦੇ ਆ, ਸਰਕਾਰ ਕੋਲ ਕਹਿੰਦੀ ਸਾਡੇ ਕੋਲ ਪੈਸੇ ਬਹੁਤ ਹੈਗੇ ਆ ਤੇ ਅਸੀਂ ਹਰ ਘਰ ਨੂੰ ਸੀਵਰੇਜ ਪਾਣੀ ਦੇਵਾਂਗੇ, ਪਰ ਸਾਡੇ ਤੋਂ 14 ਸਾਲ ਤੋਂ ਅਸੀਂ ਇੱਥੇ ਹੀ ਬੈਠੇ ਆ। ਕੋਈ ਦੇਖ ਕੇ ਮੱਖੀ ਨਿਕਲ ਨਹੀਂ ਹੁੰਦੀ ਨਾ। ਨਹੀਂ ਨਿਕਲ ਹੁੰਦੀ ਜੀ, ਨਹੀਂ ਨਿਕਲ ਨਹੀਂ ਹੁੰਦੀ ਸੂਰੀ ਸਾਹਿਬ। ਇੰਨੀ ਦੇਰ ਤੋਂ ਬੜੀ ਹੈਰਾਨੀ ਵਾਲੀ ਬੜੀ ਹੈਰਾਨੀ ਵਾਲੀ ਆ। ਦੇਖੋ ਬਹੁਤ ਬੁਰਾ ਹਾਲ ਸਾਡਾ। ਬਰਸਾਤ ਆਉਂਦੀ ਆ, ਪਾਣੀ ਇਕੱਠਾ ਹੁੰਦਾ। ਬਰਸਾਤ ਆਉਣ 'ਚ ਕਿੰਨੀ ਪ੍ਰੋਬਲਮ ਆਉਂਦੀ ਬਹੁਤ ਪ੍ਰੋਬਲਮ ਹੁੰਦੀ ਹੈ ਇੱਥੇ ਜੀ। ਲੰਘ ਨਹੀਂ ਹੁੰਦਾ ਹੈਗਾ, ਮੋਟਰਸਾਈਕਲ ਸਲਿੱਪ ਕਰਦੇ ਆ, ਬੱਟੇ ਟੁੱਟਦੇ ਆ, ਬੱਟਿਆਂ ਵਿੱਚ ਮੈਂ ਕਿਹਾ ਟਾਇਰ ਪਾੜਦੇ ਸਾਡੇ। ਔਰ ਇਹ ਅਸੀਂ ਕੋਈ ਇੰਨੀ ਵੱਡੀ ਗਲੀ ਨੂੰ ਮਹੱਲੇ ਵਾਲੇ ਕਰਾ ਨਹੀਂ ਸਕਦੇ। ਕੋਈ 40-50 ਫੁੱਟ ਹੁੰਦੀ ਅਸੀਂ ਆਪੇ ਰਲ ਕੇ ਕਰਾ ਲੈਂਦੇ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹੀ ਨਾ। ਪਰ ਹੁਣ ਸਾਡੀ ਮਜਬੂਰੀ ਹੈ ਵੀ ਇਹ ਕੰਮ ਸਰਕਾਰੀ ਆ, ਜੋ ਵੀ ਹੈਗਾ ਸਾਨੂੰ ਇਹ ਕਰਾ ਕੇ ਦੇਣ। ਅਸੀਂ ਐਮਐਲਏ ਸਾਹਿਬ ਨੂੰ ਵੀ ਰਿਕੁਐਸਟ ਕਰਦੇ ਹਾਂ ਤੇ ਸਾਡਾ ਇਹ ਕੰਮ ਹੋਣਾ ਚਾਹੀਦਾ। ਚਲੋ ਅਸੀਂ ਉੱਧਰ ਬਜ਼ੁਰਗ ਮਾਤਾਵਾਂ ਨਹੀਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੀਬੀ ਜੀ ਬੈਠੇ ਨੇ, ਇੰਨੀ ਜ਼ਿਆਦਾ ਸਮਾਂ ਕਹਿੰਦੇ ਨਹੀਂ ਖੜ ਸਕਦੇ। ਕੀ ਲੱਗ ਰਿਹਾ ਜੀ ਇੱਥੇ ਕੀ ਕਾਰਨ ਕੱਲ੍ਹ ਹੋਇਆ ਵੀ ਇੰਨੀ ਦੇਰ ਤੱਕ ਸੜਕ ਨਹੀਂ ਬਣੀ? ਕਾਰਨ ਇਹੀ ਹੋਇਆ ਜੀ ਕਿ ਇੱਥੇ ਅਗਲੇ ਕੋਈ ਸੁਣਦੇ ਨਹੀਂ, ਕਿਸੇ ਦੀ ਸੁਣਾਈ ਨਹੀਂ ਸੁਣਦੇ, ਹੈ ਨਾ। ਇਸ ਕਰਕੇ ਆ ਮੇਰਾ ਚੂੜਾ ਵੀ ਟੁੱਟ ਗਿਆ ਸਭ ਬੱਟਿਆਂ ਤੋਂ ਡਿੱਗ ਕੇ। ਆ ਬੀਬੀਆਂ ਕੋਲ ਬੈਠੀਆਂ, ਇਹਨਾਂ ਨੂੰ ਪੁੱਛ ਲਓ, ਮੇਰੇ ਤੋਂ ਖੜ ਨਹੀਂ ਹੁੰਦਾ, ਤੁਰ ਫਿਰ ਨਹੀਂ ਹੁੰਦਾ। ਹਾਂ, ਤਾਂ ਫਿਰ ਹੁਣ ਬੱਚੇ ਮੈਨੂੰ ਕਿੱਥੇ ਲਈ ਫਿਰਨ। ਫਿਰ ਇਸ ਕਰਕੇ ਬੜੀ ਮਜਬੂਰੀ ਆ। ਇਹ ਬੇਨਤੀ ਆ ਕਿ ਸਾਡਾ ਇੱਥੇ ਸੀਵਰ ਤਾਂ ਸੜਕ ਬਣਨੀ ਚਾਹੀਦੀ ਆ ਜੀ। ਬਹੁਤ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਹੈ। ਬਾਕੀ ਇਹ ਮੁੰਡਿਆਂ ਨੇ ਦੇਖੋ ਕਿੰਨੀ ਗੇੜੇ ਲਾਏ ਉੱਥੇ ਜਾਣ ਨੂੰ, ਬਜ਼ੁਰਗਾਂ ਨੇ ਵੀ ਕੋਈ ਨਹੀਂ ਸੁਣਦਾ। ਕਹਿੰਦੇ ਆ ਕਰ ਦੇਵਾਂਗੇ, ਕੋਈ ਆਉਂਦਾ ਨਹੀਂ। ਹੈਂ, ਹੁਣ ਤਾਂ ਅਸੀਂ ਕਹਿੰਦੇ ਵੀ ਵੋਟਾਂ ਇੱਥੇ ਸਾਡੇ ਬਥੇਰੀਆਂ ਸੀ, ਵੋਟਾਂ ਵੀ ਦੇਵਾਂਗੇ। ਠੀਕ ਹੈ, ਦਿੰਨੇ ਆ। ਬਸ ਆਹੀ ਆ ਕਾਕਾ ਜੀ। ਚਲੋ ਕੋਈ ਨਹੀਂ, ਉਹ ਕਹਿੰਦੇ ਵੋਟਾਂ ਪਾਵਾਂਗੇ ਪਰ ਕੰਮ ਤਾਂ ਕਰਾਓ। ਕੋਈ ਹੋਰ ਸਾਡੇ ਨਾਲ ਗੱਲ ਕਰਨਾ ਚਾਹਵੇ ਜੀ? ਜੀ ਚਲੋ, ਅੱਛਾ ਮੈਂ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ ਜੀ। ਇੱਥੇ ਕਹਿੰਦੇ ਕਿ ਲੇਡੀਜ਼ ਜਦੋਂ ਇੱਥੋਂ ਵਾਕ ਕਰਦੇ ਆ ਤਾਂ ਉਹਦੇ ਕਰਕੇ ਜਿਹੜੀ ਮਣਕੇ ਜੀ, ਕਿਉਂਕਿ ਮੇਰੀ ਖੁਦ ਦੀ ਇੱਥੇ ਡਿਸਕ ਪ੍ਰੋਬਲਮ ਹੋਈ ਹੈ। ਮੇਰੇ ਆਪਣੇ ਮਣਕੇ ਹਿੱਲੇ ਇੱਥੇ ਗਿਰ ਕੇ। 2-3 ਵਾਰੀ ਮੈਂ ਇੱਥੇ ਗਿਰ ਚੁੱਕੀ, ਬਾਈਕ ਤੋਂ ਗਿਰ ਚੁੱਕੀ ਹਾਂ, ਹੈਡ ਇੰਜਰੀ ਹੋ ਗਈ ਮੇਰੀ। ਸਿਰਫ ਇਸ ਕਰਕੇ ਹੀ ਵੀ ਰੋਡ ਸਹੀ ਨਹੀਂ, ਨਾ ਲਾਈਟ ਹੁੰਦੀ ਹੈ ਰਾਤ ਨੂੰ, ਬਾਹਰੋਂ ਆਉਂਦੇ ਹੋਏ ਹਨੇਰਾ ਹੋ ਜਾਵੇ। ਮੀਨਸ ਲੱਗਦਾ ਹੀ ਨਹੀਂ ਵੀ ਅਸੀਂ ਨਵੇਂ ਸ਼ਹਿਰ 'ਚ ਰਹਿ ਰਹੇ ਹਾਂ। ਇੰਨਾ ਕਿ ਏਰੀਆ ਕੋਈ ਰਿਸ਼ਤੇਦਾਰ ਆ ਕੇ ਰਾਜ਼ੀ ਨਹੀਂ, ਕੋਈ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ। ਇਹ ਬੜੀ ਲਓ ਜੀ, ਬੱਚਿਆਂ ਦੇ ਰਿਸ਼ਤੇ ਵੀ ਨਹੀਂ ਹੋ ਰਹੇ। ਵੱਡੀ ਪ੍ਰੋਬਲਮ ਹੈ। ਅਗਲਾ ਕਹਿੰਦਾ ਅਸੀਂ ਲੜਕੀ ਇੱਥੇ ਕਿਉਂ ਦੇਵਾਂਗੇ? ਇਹ ਕੋਈ ਰਹਿਣ ਵਾਲੀ ਜਗ੍ਹਾ ਹੈ? ਇਨਸਾਨਾਂ ਦੇ ਰਹਿਣ ਵਾਲੀ ਜਗ੍ਹਾ ਹੀ ਨਹੀਂ। 2 ਪੇਸ਼ੈਂਟ ਤਾਂ ਮੈਂ ਹੀ ਦੇਖ ਲਏ ਜਿਨ੍ਹਾਂ ਦੇ ਮਣਕੇ ਇੱਥੇ ਗਿਰਨ ਕਰਕੇ ਹੋਏ ਆ। ਮੈਂ 2 ਵਾਰੀ ਗਿਰ ਚੁੱਕੀ ਹੈਗੀ। ਇੱਕ ਵਾਰੀ ਹੈਡ ਇੰਜਰੀ ਹੋ ਚੁੱਕੀ, ਇੱਕ ਵਾਰੀ ਡਿਸਕ ਦੇ 2 ਮਣਕੇ ਹਿੱਲੇ ਆ। ਇੱਥੇ ਹੀ ਅੱਗੇ ਪ੍ਰੋਬਲਮਸ ਹੋਈਆਂ। ਫਿਰ ਥੋੜਾ ਜਿਹਾ ਬਾਹਰ ਜਾਓ ਚੌਂਕ ਪਰ, ਫੇਰ ਪਤਾ ਲੱਗਦਾ ਵੀ ਅਸੀਂ ਸ਼ਹਿਰ 'ਚ ਆਏ ਆ। ਪਿੰਡ ਲੱਗਦਾ
ਤੇ ਨਾ ਇਹ ਸ਼ਹਿਰ ਲੱਗਦਾ ਜੀ ਜੀ। ਇੰਨੀ ਪ੍ਰੋਬਲਮਸ ਹੈਗੀ ਆ। ਅੱਛਾ ਮੈਨੂੰ ਇੱਕ ਚੀਜ਼ ਦੱਸਿਓ, ਜਿੱਦਾਂ ਤੁਹਾਡੇ ਹਸਬੰਡ ਉਹ ਤਾਂ ਕੰਮ ਤੇ ਚਲੇ ਜਾਂਦੇ ਹੋਣੇ, ਕਿਉਂਕਿ ਕਹਿੰਦੇ ਕਿ ਆਪਾਂ ਜਿਹੜਾ ਸੀਵਰੇਜ ਦੀ ਪ੍ਰੋਵੀਜ਼ਨ ਨਹੀਂ ਆ ਉਹਦੇ ਕਰਕੇ ਘਰ 'ਚ ਵੀ ਸਮੈਲ ਆਉਂਦੀ ਆ, ਫਿਰ ਸਾਰਾ ਦਿਨ ਕਿੰਨੀ ਕੁ ਦਿੱਕਤ ਆਉਂਦੀ ਆ ਉਹਦੇ ਕਰਕੇ ਜਿਹੜੀ ਸਮੈਲ ਆਉਂਦੀ ਆ? ਬਹੁਤ ਆਪ ਨੂੰ ਬੜਾ ਗੰਦਾ ਲੱਗਦਾ, ਬਾਹਰ ਆਣਾ ਹੀ ਨਹੀਂ ਅੱਛਾ ਲੱਗਦਾ ਘਰ ਤੋਂ, ਕਿਉਂਕਿ ਉਹ ਪਾਣੀ ਸੀਵਰੇਜ ਦਾ ਸਾਰਾ ਨਾਲ ਦੇ ਪਲਾਟ 'ਚ ਪਾਣਾ ਪੈਂਦਾ ਹੈਗਾ। ਉੱਥੇ ਉਹ ਗੜਾ ਬਣਦਾ ਆ, ਉੱਥੇ ਪਾਣੀ ਖੜਾ ਹੁੰਦਾ, ਮੱਛਰ ਪੈਦਾ ਹੁੰਦਾ, ਇੱਕ ਪਿੱਛੇ ਗੁੱਜਰ ਰਹਿੰਦੇ ਆ, ਉਹਨਾਂ ਦੇ ਪਸ਼ੂਆਂ ਦਾ ਬਹੁਤ ਗੰਦ ਆ, ਉਹਨਾਂ ਨੂੰ ਕੋਈ ਉਠਾ ਨਹੀਂ ਪਾ ਰਿਹਾ ਇੱਥੋਂ। ਪਿੱਛੇ ਸਾਡੇ ਘਰ ਦੇ ਪਿੱਛੇ ਉਹਨਾਂ ਦੇ ਢੇਰ ਲੱਗੇ ਆ, ਉਹ ਸ਼ੈੱਡ ਪਾਈ ਆ ਉਹਨਾਂ ਨੇ, ਪਰਾਲੀ ਦੇ ਢੇਰ ਲੱਗੇ ਹੋਏ ਆ, ਗੋਬਰ ਦੇ ਢੇਰ ਲੱਗੇ ਹੋਏ ਆ ਉਹਨਾਂ ਦੇ। ਫਿਰ ਧੰਨਿਆ ਜੀ ਤੁਸੀਂ ਸਾਰੇ, ਮੈਂ ਤਾਂ ਕਹਿੰਦਾ ਬਹੁਤ ਵੱਡੀ ਗਲਤੀ ਹੋ ਗਈ ਹੈ ਇੱਥੇ ਆ ਕੇ। ਪਰਾਲੀ ਤਾਂ ਹੁਣ ਵੀ ਦੇਖ ਸਕਦੇ ਹੋ, ਉੱਥੇ ਉਹ ਐਡੀ ਸਾਡੇ ਉੱਚੀ ਹੈ, ਮਕਾਨ ਸਾਡੇ ਤੋਂ ਮਹੱਲੇ 'ਚ ਉੱਚੀ ਆ, ਬਹੁਤ ਪਰਲੀ ਯੂਨਿਟੀ side ਹੈ। ਮੈਂ ਇਹ ਕਹਿਣਾ ਚਾਹੂੰਗੀ ਵੀ ਹੁਣ ਅਗਲੀਆਂ ਵੋਟਾਂ ਤੇ ਇੱਕ ਵੋਟ ਨਹੀਂ ਜਾਏਗੀ ਜਦ ਤੱਕ ਕਿ ਸਾਡੇ ਇੱਥੇ ਕੰਮ ਨਹੀਂ ਹੋਣਗੇ। ਚਲੋ ਬਹੁਤ ਬੜਾ ਐਲਾਨ ਕਰ ਦਿੱਤਾ ਜੀ ਇਹਨਾਂ ਨੇ ਕਿ ਜਦ ਤੱਕ ਸਾਡੇ ਕੰਮ ਨਹੀਂ ਹੋਣਗੇ ਇੱਕ ਵੀ ਵੋਟ ਨਹੀਂ ਪਏਗੀ। ਪਰ ਵਰਮਾ ਜੀ ਮੈਂ ਇੱਕ ਸਵਾਲ ਪੁੱਛਣਾ, ਇਹ ਕਹਿੰਦੇ ਨੇ ਸਾਡੇ ਪਿੱਛੇ ਗੁੱਜਰ ਨੇ, ਉਹਨਾਂ ਨੇ ਪਰਾਲੀਆਂ ਦੇ ਇੱਕ ਪਹਾੜੀਆਂ ਖੜੀਆਂ ਕੀਤੀਆਂ ਹੋਈਆਂ ਨੇ ਜੀ, ਅੱਗ ਵੀ ਲੱਗ ਚੁੱਕੀ ਆ। ਅੱਛਾ ਇੱਕ ਵਾਰੀ ਅੱਗ ਵੀ ਲੱਗ ਚੁੱਕੀ ਆ, ਉਹਨਾਂ ਦੀ ਜਗ੍ਹਾ ਆਪਣੀ ਕਿ ਕਬਜ਼ਾ ਕੀਤਾ ਹੋਇਆ? ਕਬਜ਼ਾ ਕੀਤਾ ਹੋਇਆ, ਕੋਈ ਆਪਣੀ ਜਗ੍ਹਾ ਨਹੀਂ ਉਹਨਾਂ ਦੀ, ਸਾਰੇ ਪਲਾਟਾਂ ਵਿੱਚ ਆਪਣਾ ਕਬਜ਼ਾ ਹੈ ਉਹਨਾਂ ਦਾ। ਅੱਛਾ ਕਬਜ਼ਾ ਹੀ ਆ, ਮਤਲਬ ਕਿ ਉਹ ਜੇ ਉਹਨਾਂ ਨੂੰ ਕਹਿੰਦੇ ਆ, ਉਹ ਕਹਿੰਦੇ ਅਸੀਂ 10,000 ਇਕੱਠੇ ਹੋ ਕੇ ਆ ਜਾਣਾ ਤੁਹਾਡੇ ਕੋਲ, ਤੁਸੀਂ ਸਾਨੂੰ 10,000 ਇਕੱਠੇ ਹੋ ਕੇ ਆਣਾ। ਇਕੱਠੇ ਹੋ ਕੇ ਆਵਾਂਗੇ ਅਸੀਂ। ਉਹਨਾਂ ਨੂੰ ਪੁੱਛਿਆ ਨਹੀਂ ਇਹ ਲੋਕਤੰਤਰ ਹੈ ਕਿ ਤੁਸੀਂ ਪਾਕਿਸਤਾਨ 'ਚ ਰਹਿੰਦੇ ਹੋ? ਉਹ ਕਹਿੰਦੇ ਅਸੀਂ ਸਾਡਾ ਰਾਜ ਚੱਲਦਾ ਆ। ਅੱਛਾ। ਰਾਜ ਸਾਡਾ ਹੈ ਇੱਥੇ, ਤੂੰ ਦੱਸ ਤੇਰਾ ਪਲਾਟ ਆ, ਕਹਿੰਦੇ ਜਿੱਥੇ ਬੈਠੇ ਆ। ਪਰ ਉਹ ਜਗ੍ਹਾ ਹੈ ਕਿਸ ਦੀ ਆ? ਉਹ ਲੋਕਾਂ ਦੀ ਜਗ੍ਹਾ ਆ, ਉਹ ਪਲਾਟਾਂ ਵਾਲੇ ਪਤਾ ਨਹੀਂ ਕਿਹੜੇ ਕੌਣ ਬੰਦੇ ਆ। ਜਿਹੜੇ ਦੂਸਰੇ ਲੋਕੀ ਉਹਨਾਂ ਦੇ ਪਲਾਟ 'ਚ ਰਹਿ ਰਹੇ ਆ, ਕੋਈ ਆਂਦਾ ਨਹੀਂ, ਉਹ ਆਪਣੇ ਪਲਾਟਾਂ ਅੱਛਾ ਨੂੰ ਕਿਸੇ ਦੇ ਪਲਾਟਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਕਬਜ਼ਾ ਕਰਕੇ ਬੈਠੇ ਆ, ਇਸ ਕਰਕੇ ਇਸ ਚੀਜ਼ ਦੀ ਕਦੀ ਸ਼ਿਕਾਇਤ ਨਹੀਂ ਕੀਤੀ? ਬਹੁਤ ਵਾਰੀ ਕੀਤੀ ਜੀ। ਜ਼ਿਆਦਾਤਰ ਐਨਆਰਆਈ NRI ਕੋਈ ਆਂਦਾ ਹੀ ਨਹੀਂ, ਦੇਖਣ ਹੀ ਨਹੀਂ ਆਂਦਾ ਕੋਈ। ਜਿਨ੍ਹਾਂ ਦੇ ਪਲਾਟਸ ਜ਼ਿਆਦਾਤਰ ਐਨਆਰਆਈਜ਼ ਦੇ ਆ ਇੱਥੇ, ਅੱਛਾ ਕੋਈ ਦੇਖਣ ਹੀ ਨਹੀਂ ਆਂਦਾ। ਸਾਨੂੰ 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਅੱਜ ਤੱਕ ਨਹੀਂ ਕੋਈ ਦੇਖਿਆ ਵੀ ਕੋਈ ਪਲਾਟ ਵਾਲਾ ਆਂਦਾ ਵੀ ਹੋਏਗਾ, ਕਿਹਦਾ ਪਲਾਟ ਹੈ ਕਿਹਦਾ ਨਹੀਂ ਪਿਆ। ਕੋਈ ਵੀ ਆ ਕੇ ਤੇ ਇੱਥੇ ਸਫਾਈ ਵੀ ਜਿਹੜੇ ਆਪਣੇ ਆਲੇ ਦੁਆਲੇ ਆਪ ਕਰਾਉਂਦੇ ਆ? ਆਪ ਕਰਵਾਉਣੀ ਪੈਂਦੀ ਹੈ ਸਾਨੂੰ, ਆਪਣੇ ਆਪ ਹੀ ਕਰਵਾਉਂਦੇ ਹਾਂ ਅਸੀਂ। ਤੁਹਾਨੂੰ ਤਾਂ ਸਰਕਾਰ ਵੱਲੋਂ ਕੋਈ ਸਪੈਸ਼ਲ ਰਿਬੇਟ ਮਿਲਣੀ ਚਾਹੀਦੀ, ਤੁਹਾਡੇ ਖਰਚੇ ਹੀ ਬੜੇ ਆ। ਬਿਲਕੁਲ, ਇਹ ਜਿਹੜਾ ਜਿੰਨੇ ਪਲਾਟ ਆ ਇਹਦੇ ਵਿੱਚ ਕਈ ਪਰਿਵਾਰ ਬੜੇ ਮਿਡੋਕਰ ਪਰਿਵਾਰ ਹੈਗੇ ਆ, ਵਿਚਾਰੇ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ। ਉਹ ਵੀ ਸਾਲ ਬਾਅਦ 500-700 ਰੁਪਏ ਦੂਜੇ ਦੇ ਪਲਾਟ ਦੇ ਉੱਤੇ ਲਗਾ ਦਿੰਦੇ ਆ ਜੀ। ਮਤਲਬ ਕਿ ਉਹ ਵਿਚਾਰੇ ਨੂੰ ਕੋਈ ਸਾਧਨ ਨਹੀਂ ਹੈਗਾ ਇਹਨਾਂ ਨੂੰ, ਆਪਣੇ ਕੋਲੋਂ ਲਗਾਈਦੇ ਆ, ਕੋਲੋਂ ਪੈਸੇ ਲਾ ਦਿੰਦੇ ਆ ਆਪਣੇ। ਸਫਾਈ ਕਰੀਏ ਜੀ। ਕਮਾਈ ਦਾ ਸਾਧਨ ਨੇ, ਆਪਣੇ ਕੋਲੋਂ ਪੈਸੇ ਲਗਾਉਂਦੇ, ਔਰ ਕੋਈ ਤਕਲੀਫ 'ਚ ਹੋਵੇ ਤਾਂ ਹੀ ਬੋਲਦਾ, ਔਰ ਇਹ ਢਿੱਡੋਂ ਬੋਲ ਰਹੇ ਨੇ ਔਰ ਤਕਲੀਫ 'ਚ ਨੇ ਜੀ। ਸਿਰਫ ਡਰ ਕਰਕੇ ਜਿਹੜੇ ਇਹ ਪਲਾਟ ਆ ਨਾ, ਇਹਨਾਂ ਦਾ ਜਿਹੜਾ ਗੰਦ ਆ ਜਾਂ ਕੁਛ ਆ, ਈਵਨ ਪਿਛਲੀ ਗਰਮੀਆਂ ਦੇ ਵਿੱਚ ਘਰਾਂ ਦੇ ਵਿੱਚ ਇੱਕ ਦਿਨ 'ਚ 6-6 7-7 ਸੱਪ ਆਉਂਦੇ ਰਹੇ। ਓ ਮਾਈ ਗॉड, ਸੱਪ ਬੱਚੇ ਆ ਛੋਟੇ ਰਹਿੰਦੇ। ਫਿਰ ਪਲਾਟਾਂ ਵਾਲੇ ਪਿੱਛੇ ਪ੍ਰਸ਼ਾਸਨ ਨੇ ਕੱਢੇ ਵੀ ਕੋਈ ਖਾਲੀ ਪਲਾਟ ਜਿਹੜਾ ਪਿਆ ਹੋਊਗਾ ਉਹ ਸਫਾਈ ਕਰਾਏਗਾ। ਅਸੀਂ ਕਈ ਵਾਰੀ ਕਿਹਾ ਵੀ ਹੈਗਾ ਵੀ ਅਸੀਂ ਸਫਾਈ ਕਰਾਓ ਜੀ ਆਪਣੇ ਪਲਾਟ ਦੀ, ਉਹ ਕਹਿੰਦੇ ਮੈਂ ਤਾਂ ਇੱਥੇ ਆਣਾ ਹੀ ਨਹੀਂ ਹੈਗਾ, ਅਸੀਂ ਕੋਈ ਸਫਾਈ ਕਰਾਈਏ। ਕੌਣ ਕਹਿੰਦੇ? ਜਿਹੜੇ ਪਲਾਟਾਂ ਦੇ ਮਾਲਕ ਆ। ਠੀਕ ਹੈ ਜੀ। ਤੇ ਜੇ ਅਸੀਂ ਥਾਣੇ ਜਾਂਦੇ ਆ, ਉਹਦੀ ਰਿਪੋਰਟ ਕਰਦੇ ਆ, ਅਸੀਂ ਇਸ ਕਰਕੇ ਨਹੀਂ ਜਾਂਦੇ ਵੀ ਚਲੋ ਕੱਲ ਨੂੰ ਗਵਾਂਢ ਮੱਥਾ ਬਣਨਾ ਆ, ਕੋਈ ਆ ਜਾਂਦਾ ਵੀ ਕੱਲ ਨੂੰ ਕਿਸੇ ਨਾਲ ਵਿਗਾੜਨੀ ਆ। ਲੇਕਿਨ ਇਹ ਪ੍ਰਸ਼ਾਸਨ ਨੂੰ ਹੀ ਚਾਹੀਦਾ ਵੀ ਉਹਨਾਂ ਦੇ ਸਾਡੇ ਕੋਲ ਨੰਬਰ ਲੈ ਲਓ ਵੀ ਆਹ ਫਲਾਣੇ ਦਾ ਪਲਾਟ ਪਿਆ, ਸਫਾਈ ਕਰਾ ਕੇ ਦਿਓ। ਚਾਰ ਦੀਵਾਰੀ ਕਰਕੇ ਗੇਟ ਲਾ ਲੈਣ, ਆਪਣਾ ਕੋਈ ਪਰੇਸ਼ਾਨੀ ਨਹੀਂ ਹੋਊਗੀ ਕਿਸੇ ਨੂੰ ਵੀ। ਚੰਡੀਗੜ੍ਹ ਰੋਡ ਦੇ ਉੱਪਰ ਜਾ ਕੇ ਗਲੀਆਂ ਤੁਸੀਂ ਦੇਖੋ, ਇੱਕ ਦੋ ਘਰ ਹੈ ਪਰ ਪੂਰੇ ਬਲੌਕ ਲੱਗੇ ਹੋਏ ਆ, ਪੂਰੀ ਫੈਸਿਲਿਟੀ ਦੇ ਰਹੇ ਆ ਉਧਰਲੀ ਸਾਈਡ ਨੂੰ, ਔਰ ਇਧਰਲੀ ਸਾਈਡ ਨੂੰ ਬਿਲਕੁਲ ਨਹੀਂ ਕੋਈ। ਇੱਥੇ ਕਿਤੇ ਆਪਣੇ ਐਮਸੀ ਨੂੰ ਕਸੂਰਵਾਰ ਨਹੀਂ ਮੰਨਦੇ ਆਪਣੇ ਨੂੰ? ਬਿਲਕੁਲ ਉਹੀ ਕਸੂਰਵਾਰ ਹੈ। ਸਿਰਫ VOTING ਵਾਸਤੇ ਨਜ਼ਰ ਆਣਗੇ, ਜਦੋਂ ਵੋਟਾਂ ਆਣੀਆਂ ਨਾ ਉਦੋਂ ਘਰ ਘਰ ਨਜ਼ਰ ਆਣਾ ਉਹਨਾਂ ਨੇ, ਉਸ ਤੋਂ ਬਾਅਦ 5 ਸਾਲ ਬਾਅਦ ਕੋਈ ਨਜ਼ਰ ਨਹੀਂ ਆ। ਕੁੱਟ ਭਜਾਣੇ ਆ ਜੀ ਅਸੀਂ ਤਾਂ। ਅਸੀਂ ਨਹੀਂ ਕਹਿ ਰਹੇ, ਆਂਟੀ ਕਹਿ ਰਹੇ। ਕੀ ਕਹਿ ਰਹੇ ਹੋ? ਵੋਟਾਂ ਨੂੰ ਆਓਗੇ ਨਾ, ਇੱਥੋਂ ਕੁੱਟ ਭਜਾਉਣੇ ਆ। ਨਹੀਂ ਵੈਸੇ ਹੀ ਮੈਂ ਕਹਿੰਦਾ ਕਿ ਤੁਸੀਂ ਇਸ ਜੰਗਲ 'ਚ ਤੁਸੀਂ ਸਰਵਾਈਵ ਕਰ ਰਹੇ ਹੋ, ਬਿਲਕੁਲ ਤੁਸੀਂ ਧੰਨ ਹੋ, ਤੁਸੀਂ ਸਾਰੇ ਧੰਨ ਹੋ ਕਿ ਇੱਥੇ ਸਰਵਾਈਵ ਕਰ ਰਹੇ ਹੋ। ਸੁਣੋ ਹਨਾ, ਸਾਡੇ ਕੁੜੀ ਪ੍ਰੈਗਨੈਂਟ ਵਾ, ਅੱਛਾ ਉਹਨੂੰ ਸੈਰ ਕਰਨੀ ਦੱਸੀ ਉਹ ਡਾਕਟਰ ਨੇ। ਉਹ ਦੇਖੋ ਜੀ ਇੱਥੇ ਡਿਗਣ ਲੱਗੀ ਸੀ, ਪੇਕਿੰਗ ਤੋਰੀ ਆ ਉਹ। ਇਹ ਦੇਖੋ ਤੁਸੀਂ, ਉਹ ਘਰ ਉਹਨਾਂ ਦੇ ਪਿੱਛੇ ਘਰ ਆ ਨਾਲ ਵਾ ਸਾਡੇ। ਦੇਖੋ ਤੁਸੀਂ, ਜਾਂ ਸੀਵਰੇਜ ਨਹੀਂ ਇੱਥੇ ਹੈਗਾ, ਸੜਕ ਨਹੀਂ ਕੋਈ। ਤੁਸੀਂ ਮਜਬੂਰੀ ਦੇਖ ਸਕਦੇ ਹੋ ਕਿ ਪ੍ਰੈਗਨੈਂਟ ਲੜਕੀ ਨੂੰ ਉਹਦੇ ਪੇਕੇ ਭੇਜਿਆ ਗਿਆ ਕਿਉਂਕਿ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਆ ਰਹਿਣ ਦਾ ਬਹੁਤ ਪ੍ਰੋਪਰ। ਇਹ ਮਾਤਾ ਜੀ ਸਾਡੇ ਬੈਠੇ ਆ, ਉਹ ਦੂਸਰਾ ਬੱਚਾ ਆ ਉਹਦਾ, ਆਪਣਾ ਹੁਣ ਦੇਖ ਘਰ ਵਾਲਾ ਉਹਦਾ ਇੱਥੇ ਆ, ਉਹ ਉੱਥੇ ਰਹਿੰਦੀ। ਦੇਖੋ ਘਰੋਂ ਬੇਘਰ ਹੋ ਕੇ ਬੈਠੇ ਆ ਨਾ, ਪੇਕਿਆਂ ਦੇ ਘਰ ਕਿੰਨਾ ਟਾਈਮ ਰਹਿ। ਪਤੀ ਪਤਨੀ ਦੂਰ ਰਹਿ ਰਹੇ ਨੇ ਕਿਉਂਕਿ ਸੜਕ ਨਹੀਂ ਬਣੀ। ਇੱਕ ਅਲੱਗ ਹੀ ਨਜ਼ਰੀਆ ਇੱਥੇ ਦੇਖਣ ਨੂੰ ਮਿਲ ਰਿਹਾ। 2 ਵਾਰੀ ਡਿੱਗ ਗਈ ਆ ਉਹ, ਹੈਨਾ, ਕਿ ਐਦਾਂ ਥੋੜੀ। ਮੈਂ ਤੁਹਾਡੀ ਭਾਵਨਾ ਸਮਝ ਰਿਹਾ ਜੀ। ਮਿਸ ਹੈਪਨਿੰਗ ਹੋ ਗਈ ਜੀ ਜੀ। ਸਾਡੇ ਸੀਵਰੇਜ ਉਹ ਲੜਕੀ ਨਾਲ ਮਿਸ ਹੈਪਨਿੰਗ ਹੋ ਗਈ ਸੀ, ਇਸ ਕਰਕੇ 2 ਵਾਰੀ ਦੇਖ ਰਹੇ ਜੀ 2 ਪੇਸ਼ੈਂਟ ਨੁਕਸਾਨ ਦੀ ਲੜਕੀ ਦੀ 3 ਪੇਸ਼ੈਂਟ ਦੀ ਤੁਸੀਂ ਗੱਲ ਜਿਹੜੀ ਕਲੀਅਰ ਕਰ ਦਿੱਤੀ ਆ। ਹਾਂਜੀ, ਇਸ ਕਰਕੇ ਦਾ ਉੱਚਾ ਜਿਹੜਾ ਥੜਾ ਆ, ਡਿੱਗ ਪਈਦਾ। ਉਹਦੇ ਉੱਤੋਂ ਨਾ ਡੇਗੀ 2 ਵਾਰ ਡੇਗੀ, ਉੱਤੋਂ ਜਿਹੜਾ ਸਾਹਮਣੇ ਥੜਾ ਤੁਹਾਨੂੰ ਦੇਖਦਾ ਨਾ ਪਹਾੜੀ ਵਾਲਾ। ਵੱਖਰੀ ਗੱਲ ਆ, ਦੇਖੋ ਤੁਸੀਂ ਇਹ ਬੱਟੇ ਤੁਸੀਂ ਦੇਖਦੇ ਹੀ ਆ, ਹੈਨਾ।
ਕਿ ਬੱਟਿਆਂ ਪਰੋਂ ਐਦਾਂ ਹੀ ਤੁਰੇ ਜਾਂਦੇ ਅਸੀਂ ਤਿਲਕ ਜਾਈਦਾ ਆ ਬੁੜੇ ਆ ਜਾਂ ਸਾਡੇ ਸੀਵਰੇਜ ਹੀ ਨਹੀਂ ਹੈਗਾ ਤੇ ਅਸੀਂ ਕੀ ਕਰੀਏ ਥੈਂ ਥੈਂ ਸਾਡੇ ਮੱਛਰ ਨੇ ਖਾਦੇ ਪਏ ਆ ਕਈ ਵਾਰੀ ਘਰਾਂ 'ਚ ਬੰਦੇ ਹੀ ਨਹੀਂ ਹੁੰਦੇ ਸਾਡੇ ਕੰਮਾਂ ਤੇ ਆ ਅੰਦਰ ਸਾਡੇ ਸੱਪ ਵੜ ਜਾਂਦੇ ਆ ਅਸੀਂ ਕਿੱਥੇ ਨੂੰ ਜਾਈਏ ਸਾਹਿਬ ਨੂੰ ਸਾਡੀ ਇਹੀ ਰਿਕੁਐਸਟ ਹੈ ਕਿ ਇੱਧਰ ਐਮਐਲਏ ਸਾਹਿਬ ਨੂੰ ਸਾਡੀ ਇਹੀ ਰਿਕੁਐਸਟ ਹੈ ਕਿ ਇਸ ਏਰੀਏ 'ਚ ਵੀ ਗੌਰ ਫਰਮਾਨ ਇਹਨਾਂ ਨੂੰ ਦੇਖਣ ਇੱਥੇ ਵੀ ਕੋਈ ਬੰਦਾ ਰਹਿੰਦਾ ਚਲੋ ਬਹੁਤ ਸ਼ੁਕਰੀਆ ਜੀ। ਮੈਨੂੰ ਲੱਗਦਾ ਤੁਸੀਂ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ, ਇੰਨੀਆਂ ਤਾਂ ਉਹਨਾਂ ਤੋਂ ਸੋਲਵ ਵੀ ਨਹੀਂ ਹੋਣੀਆਂ। ਮੇਨ ਤਾਂ ਇਹੀ ਹੈ ਕਿ ਸੀਵਰੇਜ ਪਾ ਦਿੱਤਾ ਜਾਵੇ ਔਰ ਸੜਕ ਬਣਾ ਦਿੱਤੀ ਜਾਵੇ ਤਾਂ ਕਿ ਜਿਹੜੇ ਪਰਿਵਾਰ ਆ ਉਹ ਖੇਰੂ ਨਾ ਹੋਣ। ਜਿਹੜੀਆਂ ਸਾਡੀ ਬਜ਼ੁਰਗ ਮਾਤਾਵਾਂ ਨੇ, ਸਾਡੇ ਜਿਹੜੇ ਬਜ਼ੁਰਗ ਪਿਓ ਸਮਾਨ ਨੇ ਲੋਕ ਇੱਥੇ ਖੜੇ ਨੇ, ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਸ਼ਾਮ ਨੂੰ ਵਾਕ ਕਰਦੇ ਰਹਿਣਗੇ ਤਾਂ ਹੀ ਜਿਹੜਾ ਇਹਨਾਂ ਦਾ ਜੀਵਨ ਬਿਹਾਲ ਰਹੇਗਾ। ਇਸ ਪੇਸ਼ਕਸ਼ ਵਿੱਚ ਇੰਨਾ ਹੀ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਦੀਪ ਡੀ ਅਰਜਨ ਦੇ ਇਜਾਜ਼ਤ। ਰੱਬ ਰੱਖਾ।